ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਗੁਰਲੀਨ ਕੌਰ ਲੈ ਕੇ ਹਾਜ਼ਰ ਹਾਂ ਅੱਜ ਦਾ ਪੰਜਾਬ ਦਾ ਪ੍ਰਾਈਮ ਟਾਈਮ। ਸਭ ਤੋਂ ਪਹਿਲਾਂ ਰੁਖ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਵੱਲ। ਮੋਹਾਲੀ ਅਦਾਲਤ ਨੇ ਸੋਹਾਣਾ ਪੁਲਿਸ ਨੂੰ ਲਾਰੈਂਸ ਦਾ ਰਿਮਾਂਡ ਦੇਣ ਤੋਂ ਕੀਤਾ ਇਨਕਾਰ। ਖਰੜ ਪੁਲਿਸ ਨੂੰ ਮਿਲਿਆ 10 ਦਿਨਾਂ ਦਾ ਰਿਮਾਂਡ। ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੀਤੀ ਅਕੀਦਤ ਭੇਟ। ਚੰਡੀਗੜ੍ਹ 'ਚ ਸ਼ਿਮਲਾ ਦੀ ਲੜਕੀ ਨਾਲ ਗੈਂਗਰੇਪ, ਪੰਜਾਬ ਦਾ ਇੱਕ ਮੁਲਜ਼ਮ ਗ੍ਰਿਫਤਾਰ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਸਿਹਤ ਵਿਭਾਗ ਵੱਲੋਂ ਕੀਤੀ ਗਈ ਮੌਕ ਡਰਿਲ। ਯੂਟਿਊਬਰ ਨੂੰ ਕੁੜੀ ਦੀ ਪੇਸ਼ਕਸ਼ ਕਰਨ ਵਾਲਾ ਗ੍ਰਿਫਤਾਰ, ਹੋਟਲ ਮਾਲਕਾਂ ਨੇ ਫੜਿਆ ਵੀਡੀਓ। ਲੁਧਿਆਣਾ 'ਚ ਨੌਜਵਾਨ ਨੇ ਗੁਆਂਢੀਆਂ ਤੇ ਚਲਾਈ ਗੋਲੀ, ਘਰ ਦੇ ਬਾਹਰ ਪਈ ਬਜਰੀ ਨਾਲ ਸੀਵਰੇਜ ਬਲੌਕ, ਗਾਲਾਂ ਕੱਢਦੇ ਹੋਏ ਕੀਤਾ ਗਿਆ ਹਮਲਾ। ਮੋਹਾਲੀ ਅਦਾਲਤ ਨੇ ਸੋਹਾਣਾ ਪੁਲਿਸ ਨੂੰ ਲਾਰੈਂਸ ਦਾ ਰਿਮਾਂਡ ਦੇਣ ਤੋਂ ਕੀਤਾ ਇਨਕਾਰ। ਖਰੜ ਪੁਲਿਸ ਨੂੰ ਮਿਲਿਆ 10 ਦਿਨਾਂ ਦਾ ਰਿਮਾਂਡ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ 40 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਇੱਕ ਮਾਮਲੇ ਵਿੱਚ ਬੀਤੇ ਕੱਲ ਸੋਹਾਣਾ ਥਾਣਾ ਪੁਲਿਸ ਵੱਲੋਂ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਸੋਹਾਣਾ ਪੁਲਿਸ ਨੇ ਅਦਾਲਤ 'ਚ ਲਾਰੈਂਸ ਬਿਸ਼ਨੋਈ ਦੇ ਪੁਲਿਸ ਰਿਮਾਂਡ ਦੀ ਮੰਗ ਕਰਦਿਆਂ ਦਲੀਲ ਦਿੱਤੀ ਕਿ ਗੈਂਗਸਟਰ ਬਿਸ਼ਨੋਈ ਦੀ ਆਵਾਜ਼ ਦੇ ਨਮੂਨੇ ਦੀ ਜਾਂਚ ਕੀਤੀ ਜਾਣੀ ਹੈ, ਪਰ ਅਦਾਲਤ ਨੇ ਪੁਲਿਸ ਨੂੰ ਰਿਮਾਂਡ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ 17 ਦਸੰਬਰ ਨੂੰ ਵੀ ਬਿਸ਼ਨੋਈ ਨੂੰ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ। ਇਸ ਦੇ ਨਾਲ ਹੀ ਜਦੋਂ ਅਦਾਲਤ ਨੇ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਖਰੜ ਪੁਲਿਸ ਨੇ FIR ਨੰਬਰ 260 'ਚ ਬਿਸ਼ਨੋਈ ਨੂੰ ਟ੍ਰਾਂਜ਼ਿਟ ਤੇ ਲੈ ਲਿਆ, ਜਿੱਥੇ ਖਰੜ ਦੀ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਪਹੁੰਚੇ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਲਾਨ ਜੋੜ ਮੇਲੇ ਵਿੱਚ ਮੁੱਖ ਮੰਤਰੀ ਨੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਪੰਜਾਬ ਅਤੇ ਦੇਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਮਾਨ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਗੌਰਤਲਬ ਹੈ ਕਿ 26 ਦਸੰਬਰ ਨੂੰ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਆਗੂ ਤੇ ਸੈਂਕੜੇ ਵਰਕਰ ਵੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਪਹੁੰਚੇ ਸਨ। ਉਹਨਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਸੀ। ਅੱਜ ਸ਼ਹੀਦੀ ਦਿਹਾੜੇ ਤੇ ਸਰਦਾਰ ਭਗਵੰਤ ਸਿੰਘ ਮਾਨ CM ਪੰਜਾਬ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਆਮ ਸਿੱਖ ਦੀ ਤਰ੍ਹਾਂ, ਆਮ ਇਨਸਾਨ ਦੀ ਤਰ੍ਹਾਂ ਇੱਥੇ ਆ ਕੇ ਮੱਥਾ ਟੇਕ ਕੇ ਗਏ ਨੇ, ਕਿਉਂਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ VIP ਕਲਚਰ ਤੇ ਵਿਸ਼ਵਾਸ ਨਹੀਂ ਰੱਖਦੇ। ਤੁਸੀਂ ਦੇਖਿਆ ਅੱਜ ਕਿਵੇਂ ਸੰਗਤ ਨੂੰ ਮਿਲ ਕੇ ਗਏ ਨੇ, ਕਿਸੇ ਨਾਲ ਸੈਲਫੀ ਲਈ, ਕਿਸੇ ਨੂੰ ਫਤਿਹ ਬੁਲਾਈ। ਮਾਨ ਸਾਹਿਬ ਹਰ ਇੱਕ ਨੂੰ ਮਿਲਦੇ ਜਾ ਰਹੇ ਸੀ ਤੇ ਬਹੁਤ ਵਧੀਆ ਲੱਗਿਆ ਕਿ ਇੱਕ CM ਹੋਣ ਦੇ ਨਾਤੇ ਵੀ ਉਹ ਆਮ ਸੰਗਤ ਦੀ, ਆਮ ਇਨਸਾਨ ਦੀ ਤਰ੍ਹਾਂ ਆ ਕੇ ਇੱਥੇ ਨਮਸਤਕ ਹੋ ਕੇ ਗਏ, ਆਪਣਾ ਸ਼ਰਧਾ ਦੇ ਫੁੱਲ ਭੇਟ ਕੇ ਗਏ ਨੇ ਮਾਨ ਸਾਹਿਬ। ਅੱਜ ਸ਼ਹੀਦੀ ਜੋੜ ਮੇਲੇ ਦੇ ਦੂਜੇ ਦਿਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਆਪਣੇ ਪਰਿਵਾਰ ਦੇ ਨਾਲ ਤੇ ਜ਼ਿਲ੍ਹੇ ਦੇ 3 MLA ਦੇ ਨਾਲ ਸਾਡੇ ਨਾਲ ਆਪਣੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅੱਜ ਗੁਰਦੁਆਰੇ ਨਤਮਸਤਕ ਹੋ ਕੇ ਗਏ ਨੇ। ਤੇ ਮੈਂ ਸਾਰੇ ਪ੍ਰਸ਼ਾਸਨ ਦਾ, ਸਾਰੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸਾਰੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ, ਜਿਹੜਾ ਇਸ ਸਾਲ ਇੰਨੇ ਠੋਸ ਪ੍ਰਬੰਧ ਹੋਏ ਨੇ ਤੇ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਹੈ ਕਿ ਵਧੀਆ ਪ੍ਰਬੰਧ ਹੋਏ ਨੇ, ਆਰਾਮ ਦੇ ਨਾਲ ਆ ਕੇ ਇੱਥੇ ਗੁਰਦੁਆਰੇ ਦੇ ਵਿੱਚ ਨਤਮਸਤਕ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਆਜੋ ਯਾਰ। ਅੱਜ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟि-ਕੋਟਿ ਪ੍ਰਣਾਮ ਕਰਦੇ ਹਾਂ। ਅੱਜ ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਨਤਮਸਤਕ ਹੋਣ ਆਏ ਨੇ ਆਪਣੇ ਪਰਿਵਾਰ ਸਮੇਤ। ਉਹਨਾਂ ਦੇ ਵਾਈਫ ਧਰਮ ਪਤਨੀ ਮੈਡਮ ਗੁਰਪ੍ਰੀਤ ਕੌਰ ਜੀ ਉਹ ਵੀ ਨਾਲ ਸੀ। ਬੜੇ ਸਾਦੇ ਢੰਗ ਨਾਲ, ਬੜੇ ਸਾਦੇ ਤਰੀਕੇ ਦੇ ਨਾਲ ਜਾ ਕੇ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਏ ਨੇ। ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਹੈ, ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਉਹਨਾਂ ਨੇ ਅਰਦਾਸ ਕੀਤੀ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਸੀ ਤੇ ਬਹੁਤਾ ਲੋਕ ਸੰਗਤ ਨੂੰ ਤੰਗ ਨਹੀਂ ਕੀਤਾ ਗਿਆ। ਜਿਵੇਂ ਪਹਿਲਾਂ ਆਪਾਂ ਦੇਖਦੇ ਸੀ ਕਿ VIP ਕਲਚਰ ਹੁੰਦਾ ਸੀ, ਉਸ ਚੀਜ਼ ਤੋਂ ਬਹੁਤ ਹਟ ਕੇ, ਬਹੁਤ ਅਲੱਗ ਹੋ ਕੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇਹ ਪ੍ਰੋਗਰਾਮ ਉਲੀਕਿਆ ਸੀ ਤੇ ਇੱਕ ਸਿੱਖ ਦੀ ਤਰ੍ਹਾਂ ਪੰਜਾਬ ਦੇ ਵਿੱਚ ਜਿਵੇਂ ਆਪਾਂ ਗੁਰੂ ਘਰ ਜਾਂਦੇ ਹਾਂ, ਲੋਕਾਂ ਗੁਰੂ ਘਰ ਜਾਂਦੇ ਹਾਂ, ਉਹਦੇ ਮੱਥਾ ਟੇਕ ਕੇ ਗਏ ਨੇ। ਸੋ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਨਾਲ ਮੈਂ ਇੱਥੇ ਸਮੁੱਚੇ ਪ੍ਰਸ਼ਾਸਨ ਨੂੰ ਦਾ ਧੰਨਵਾਦ ਜ਼ਰੂਰ ਕਰਨਾ ਚਾਹੁੰਦਾ। ਬਹੁਤ ਵਧੀਆ ਪ੍ਰਬੰਧ ਨੇ ਜਿਹੜੇ ਦੇਖਣ ਨੂੰ, ਕਿਉਂਕਿ ਲੋਕਾਂ ਤੋਂ ਫੀਡਬੈਕ ਮਿਲਦੀ ਹੈ। ਸੋ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਹੈ, ਥੈਂਕਸ ਹੈ ਕਿ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ। ਬਹੁਤ ਬਹੁਤ ਧੰਨਵਾਦ। ਚੰਡੀਗੜ੍ਹ 'ਚ ਸ਼ਿਮਲਾ ਦੀ ਲੜਕੀ ਨਾਲ ਗੈਂਗਰੇਪ। ਚੰਡੀਗੜ੍ਹ 'ਚ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ 26 ਸਾਲਾ ਲੜਕੀ ਨਾਲ ਕਥਿਤ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਮਾਮਲੇ ਵਿੱਚ ਲੜਕੀ ਨੂੰ ਸੈਕਟਰ 39 ਦੇ ਇੱਕ ਘਰ ਵਿੱਚ ਬੰਦ ਰੱਖਿਆ ਗਿਆ ਸੀ। ਪੁਲਿਸ ਨੇ ਗੈਂਗਰੇਪ ਦੇ ਇੱਕ ਦੋਸ਼ੀ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੂਜੇ ਪਾਸੇ ਦੂਜਾ ਮੁਲਜ਼ਮ ਸਨੀ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਉਸ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੀੜਤਾ ਸ਼ਿਮਲਾ ਦੀ ਰਹਿਣ ਵਾਲੀ ਹੈ ਅਤੇ ਉਸ ਨਾਲ 4 ਦਿਨਾਂ ਤੱਕ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਪੀੜਤਾ ਨੂੰ ਕਮਰੇ 'ਚ ਬੰਦਕ ਬਣਾ ਕੇ ਰੱਖਿਆ ਗਿਆ ਸੀ। ਉਹ ਕਿਸੇ ਤਰ੍ਹਾਂ ਦੋਸ਼ੀ ਦੀ ਗਿਰਫਤ ਤੋਂ ਬਚ ਕੇ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ। ਪੀੜਤਾ ਨੇ ਪੁਲਿਸ ਨੂੰ ਉਸ ਘਰ ਬਾਰੇ ਜਾਣਕਾਰੀ ਦਿੱਤੀ ਜਿੱਥੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ। ਉੱਥੇ ਛਾਪਾ ਮਾਰ ਕੇ ਪਰਵਿੰਦਰ ਨੂੰ ਫੜ ਲਿਆ ਗਿਆ। 39 में एक लड़की है, हिमाचल की रहने वाली है। वो साई माजरा में अपने दोस्तों के पास वहाँ पे आई थी, जो मोहाली डिस्ट्रिक्ट में पड़ता है। तो उसने कंप्लेंट लिखाई है पुलिस स्टेशन 39 में कि उसके साथ उसका जो एक फ्रेंड था उसने उसके साथ रेप किया है। और उस कंप्लेंट पे पर्चा दर्ज करके जब तफ्तीश करी गई तो उसमें पता चला कि ये लड़की अनमैरिड है और ये हिमाचल की रहने वाली है। और ये सेक्टर जो साई माजरा है वहाँ पे आई थी। उसके बाद इसकी दोस्ती होती है और उस दोस्ती के बाद ये कहती है कि भी मेरे साथ इसने सन्नी नाम के लड़के ने और एक और दूसरा है मिड्डा नाम का, उन्होंने रेप किया है। तो इन पुलिस ने इस पे इन्वेस्टिगेट करके उसको परविंदर नाम के जो मिड्डा है उसको अरेस्ट कर लिया। अरेस्ट करके उसको कार्रवाई की है उसके ख़िलाफ़। और जो दूसरा है ये एट लार्ज है और ये घर से बेदखल है और कोई जॉबलेस है, ये कोई काम नहीं करता है। तो इस तरह की अभी इन्वेस्टिगेशन इसमें है। 164 के उसके बयान कराए गए हैं और पुलिस इसमें अपनी तफ्तीश कर रही है। एक बंदा इसमें अभी अरेस्ट नहीं हुआ है, इसको पुलिस अपने कार्रवाई कर रही है और जल्दी इसको भी अरेस्ट करेंगे। सर, जो सन्नी और मिड्डा है इनके कुछ पता चला है? ये दोनों फ्रेंड हैं। जो ये सन्नी है, ये सन्नी का कोई जो सन्नी है इसका कोई काम नहीं है। ये इस तरह से ही आवारा टाइप ही है फ़िलहाल। और इसका जो कोई पंजाब में एक आध केस भी इसके ऊपर है। सर, ये लड़की कैसे इनके कांटेक्ट में आई थी? लड़की तो जो शाही माजरा जगह है वहाँ पे हिमाचल के और भी कोई फ्रेंड्स रहते हैं, तो वहाँ पे और उन लोगों की दोस्ती के कारण ही आगे इनकी दोस्ती हुई है। जैसे दोस्ती हो जाती है, एक दूसरे से मिलते हैं, तो इस तरीके से इन्होंने कांटेक्ट में आई है। तो ये 39 में लेकर आए थे सर किसी घर में इनको? हाँ, वहाँ पे फ्लैट है, उसमें फ्लैट में लेके आए थे। तो वहाँ पे ये फिर लड़की ने कंप्लेंट दी और उसके आधार पे कार्रवाई हुई। नशा करवाया गया था क्या? वो ये कहती है कि भी कुछ मेरे को ऐसी कोई चीज़ दी है कि भी जिसकी वजह से सी वाज फील अनकॉन्शियस, और अनकॉन्शियस होने की वजह से जब उसने देखा कि भाई इस तरह की बात हुई है तो उसने पुलिस को कंप्लेंट दी, उस पर एक्शन किया। सर, कुछ ऐसा भी पता लगा कि इसको वहाँ बंधक बना के रखा गया 4 दिन तक? ये पार्ट ऑफ इन्वेस्टिगेशन है, इसको पूरी जांच पड़ताल इस चीज़ की कर रहे हैं और देखते हैं आगे क्या होता है। वैसे उसमें जो हमने इसकी सेक्शन है वो डिटेन करने की सेक्शन। सन्नी और मिड्डा कहाँ के रहने वाले हैं वैसे? ये पंजाब के ही रहने वाले हैं। एक तो वहाँ का है, ये परविंदर जो है वो तो सिरसा का रहने वाला है, और ये दूसरा वहाँ का है, इसका मोहाली का ही है। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਸਿਹਤ ਵਿਭਾਗ ਵੱਲੋਂ ਕੀਤੀ ਗਈ ਮੌਕ ਡਰਿਲ। ਲੁਧਿਆਣਾ ਸਿਵਲ ਹਸਪਤਾਲ ਵਿਖੇ ਸਿਹਤ ਵਿਭਾਗ ਵੱਲੋਂ ਜਾਰੀ ਮੌਕ ਡਰਿਲ ਦੇ ਹੁਕਮਾਂ ਅਨੁਸਾਰ ਐਸਐਮਓ ਅਤੇ ਨੋਡਲ ਅਫਸਰ ਨੇ ਆਈਸੀਯੂ ਦਾ ਨਿਰੀਖਣ ਕਰਦਿਆਂ ਕਿਹਾ ਕਿ ਪ੍ਰਬੰਧਨ ਮੁਕੰਮਲ ਹਨ। ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੇ ਆਉਣ ਤੋਂ ਬਾਅਦ ਹਲਚਲ ਮਚ ਗਈ ਹੈ, ਜਿਸ ਕਾਰਨ ਭਾਰਤ ਸਰਕਾਰ ਨੇ ਵੀ ਦਾਅਵਾ ਕੀਤਾ ਹੈ ਕਿ ਸਾਰੇ ਰਾਜਾਂ ਨੇ ਕੋਰੋਨਾ ਦੇ ਇਸ ਨਵੇਂ ਰੂਪ ਨਾਲ ਨਜਿੱਠਣ ਲਈ ਜ਼ਿਲ੍ਹੇ ਵਿੱਚ ਪ੍ਰਬੰਧ ਮੁਕੰਮਲ ਕਰ ਲਏ ਹਨ। ਨੋਡਲ ਅਫਸਰ ਨੇ ਦੱਸਿਆ ਕਿ 2 ਵਾਰਡ ਬਣਾਏ ਗਏ ਹਨ, ਜਿਸ ਵਿੱਚ ਆਈਸੋਲੇਸ਼ਨ ਵਾਰਡ ਅਤੇ ਆਈਸੀਯੂ, ਜਿਸ ਵਿੱਚ 180 ਬੈੱਡ ਅਤੇ 48 ਵੈਂਟੀਲੇਟਰ ਹਨ। ਇਸ ਤੋਂ ਇਲਾਵਾ 95 ਮਾਸਕ ਅਤੇ ਪੀਪੀ ਕਿਟਾਂ ਦਾ ਵੀ ਪੂਰਾ ਸਟਾਕ ਹੈ। ਇਸ ਤੋਂ ਇਲਾਵਾ ਆਕਸੀਜਨ ਪਲਾਂਟ ਵੀ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦੱਸਿਆ ਗਿਆ ਹੈ ਕਿ ਦਵਾਈਆਂ ਸੰਬੰਧੀ ਵੀ ਮੰਗ ਭੇਜੀ ਗਈ ਹੈ। ਮੌਕ ਡਰਿਲ ਸਰਕਾਰ ਵੱਲੋਂ ਕਰਾਈ ਗਈ ਹੈ ਤਾਂ ਕਿ ਪ੍ਰਪੇਅਰਡਨੈਸ ਚੈੱਕ ਹੋ ਸਕੇ ਕਿ ਜਿਹੜੇ ਵੀ ਕੋਵਿਡ ਸੈਂਟਰ ਨੇ ਸਾਰਾ ਜਿਹੜਾ ਇਕਵਿਪਮੈਂਟ ਹੈਗਾ, ਉਹ ਲੌਜਿਸਟਿਕਸ ਹੈਗੇ ਹੈ ਕਿ ਹਿਊਮਨ ਰਿਸੋਰਸਿਸ ਹੈ ਪ੍ਰਿਆਪਤ ਮਾਤਰਾ 'ਚ ਹੈ, ਤੇ ਸਟੇਟ ਆਫ ਰੈਡੀਨੈਸ ਚੈੱਕ ਕਿ ਕਿਸੇ ਵੇਲੇ ਵੀ ਕੋਈ ਕੇਸ ਆ ਜਾਏ ਵੀ ਆਰ ਰੈਡੀ ਟੂ ਡੀਲ ਵਿਦ ਦੈਟ। ਸੋ ਮੇਨ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ, ਕਿੰਨੇ ਵੈਂਟੀਲੇਟਰ ਅਵੇਲੇਬਲ ਹੈਗੇ ਨੇ, ਤੇ ਆਕਸੀਜਨ ਪਲਾਂਟ ਜਿਹੜਾ ਚੱਲ ਰਿਹਾ ਸੀ ਉਹ ਹੁਣ ਚੱਲ ਰਿਹਾ ਹੈ? ਹਾਂਜੀ, ਦੇਖੋ ਇਸ ਵੇਲੇ ਜਿਹੜੇ ਹੈਗੇ ਆ ਸਾਡੇ 48 ਬੈੱਡ ਜਿਹੜੇ ਹੈਗੇ ਆ ਬਿਲਕੁਲ ਰੈਡੀ ਨੇ। 48 ਬੈੱਡ ਚੋਂ ਅਡਲਟ ਆਈਸੀਯੂ ਤੁਸੀਂ ਖੜੇ ਹੋਏ ਇਸ ਵੇਲੇ, ਇੱਥੇ 16 ਬੈੱਡ ਨੇ ਜਿਹੜੇ ਕਿ ਸਾਰਿਆਂ ਦੇ ਨਾਲ ਵੈਂਟੀਲੇਟਰ ਲੱਗੇ ਹੋਏ ਨੇ। ਉਸ ਤੋਂ ਇਲਾਵਾ ਦੂਜੇ ਪਾਸੇ ਪੀਡੀਆਟ੍ਰਿਕ ਬੱਚਿਆਂ ਦਾ ਆਈਸੀਯੂ ਹੈ ਜਿੱਥੇ 8 ਵੈਂਟੀਲੇਟਰ ਲੱਗੇ ਹੋਏ ਨੇ ਇਸ ਵੇਲੇ। ਉਸ ਤੋਂ ਇਲਾਵਾ ਲੈਵਲ 2 ਜਿਹਨੂੰ ਆਪਾਂ ਕਹਿੰਦੇ ਆ ਆਈਸੋਲੇਸ਼ਨ ਵਾਰਡ, ਉਹਦੇ ਸਾਡੇ ਕੋਲ 24 ਜਿਹੜੇ ਬੈੱਡ ਹੈਗੇ ਇਸ ਵੇਲੇ ਪ੍ਰਿਆਪਤ ਮਤਲਬ ਰੈਡੀ ਨੇ। ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੋਣਾ ਲਾਸਟ ਵਾਰੀ ਕੋਵਿਡ ਦੀ ਵੇਵ 'ਚ
170 175 ਪੇਸ਼ੈਂਟ ਆ ਗਏ ਸੀ। ਸੋ ਇਹੋ ਜਿਹੀ ਕੋਈ ਸਥਿਤੀ ਹੁੰਦੀ ਹੈ ਜਾਂ ਕੋਈ ਪੇਸ਼ੈਂਟ ਦਾ ਲੋਡ ਵੱਧਦਾ ਹੈ ਤੇ ਇਹ ਹਸਪੀਟਲ ਦਾ ਜਿਹੜਾ ਇਨਡੋਰ ਹੈ OPD ਹੈ ਉਹ ਦੂਜੀ ਸਰਕਾਰੀ ਸੰਸਥਾ 'ਚ ਸ਼ਿਫਟ ਹੋ ਜਾਂਦਾ ਹੈ ਜਿੱਦਾਂ ਲਾਸਟ ਟਾਈਮ ਹੋਇਆ ਸੀਗਾ। ਸੋ ਇਹੋ ਜਿਹਾ ਕੁਝ ਹੋਏਗਾ ਤੇ ਅਸੀਂ ਸਕੇਲ ਅਪ ਕਰਕੇ 180 ਤੱਕ ਲੈ ਕੇ ਜਾ ਸਕਦੇ ਹਾਂ ਜ਼ਰੂਰਤ ਪੈਣ ਦੇ ਅਨੁਸਾਰ। ਸਰ ਇੰਡੀਆ 'ਚ ਕੱਲ੍ਹ ਜਿੱਦਾਂ 5 ਮਾਮਲੇ ਵੀ ਆ ਚੁੱਕੇ ਨੇ, ਸੋ ਕਿਸ ਤਰ੍ਹਾਂ ਦੇ ਟੈਸਟ ਕਰਵਾਏ ਜਾ ਰਹੇ ਆ ਡੇਲੀ ਬੇਸਿਸ ਤੇ, ਕਿੰਨੇ ਟੈਸਟ ਹੋ ਰਹੇ ਨੇ? ਦੇਖੋ ਆਪਣੇ ਕੋਲ ਇਸ ਵੇਲੇ 2 ਤਰ੍ਹਾਂ ਦੇ ਟੈਸਟ ਹੋ ਰਹੇ ਜਿੱਦਾਂ ਤੁਸੀਂ ਪਹਿਲਾਂ ਹੀ ਜਾਣਦੇ ਹੋ। ਇੱਕ ਸਾਡੇ ਕੋਲ ਰੈਟ ਟੈਸਟ ਹੋ ਰਿਹਾ, RT-PCR ਸਾਡੇ ਕੋਲ ਹੋ ਰਿਹਾ ਹੈ ਨਾ। RT-PCR ਦੀ ਸਾਡੀ ਗਵਰਨਮੈਂਟ ਵੱਲੋਂ ਇੱਥੇ ਇੱਕ ਲੈਬ ਜਿਹੜੀ ਹੈਗੀ ਹੈ ਕਾਫੀ ਐਡਵਾਂਸ ਸਟੇਜ ਵਿੱਚ ਹੈ, ਜਿਹੜੀ ਕਿ ਇੱਥੇ ਟੈਸਟ ਸ਼ੁਰੂ ਹੋ ਜਾਣੇ ਨੇ ਵਿਦਿਨ ਦਿਸ ਵੀਕ ਓਨਲੀ ਉਮੀਦ ਹੈਗੀ ਹੈ। ਤੇ ਐਕ੍ਰੀਡੇਸ਼ਨ ਹੋ ਗਈ, ਹਾਲ ਦੀ ਘੜੀ ਇਹ ਸੈਂਪਲ ਜਿਹੜੇ ਪਟਿਆਲੇ ਜਾ ਰਹੇ ਨੇ RT-PCR ਦੇ। ਜਿਹੜੇ ਰੈਪਿਡ ਟੈਸਟ ਹੈ ਸਾਡੇ ਅੰਦਰ ਹੀ ਹੁੰਦੇ ਨੇ ਤੇ ਜਿਹਦੀ ਰਿਪੋਰਟ ਤਿਆਰ ਹੋ ਜਾਂਦੀ ਹੈ। ਸਰ ਲੋਕਾਂ ਨੂੰ ਕਿੱਦਾਂ ਦੀ ਅਪੀਲ ਹੈਗੀ ਹੈ, ਕਿਉਂਕਿ ਹਜੇ ਕੋਈ ਦਿਸ਼ਾ ਨਿਰਦੇਸ਼ ਜਾਰੀ ਹੋਏ ਨੇ ਉੱਪਰੋਂ ਸਰਕਾਰ ਵੱਲੋਂ, ਸਿਹਤ ਮਹਿਕਮੇ ਵੱਲੋਂ? ਦੇਖੋ ਲੋਕਾਂ ਨੂੰ ਤਾਂ ਇਹੀ ਅਪੀਲ ਹੈਗੀ, ਕਿਸੇ ਨੂੰ ਖਾਂਸੀ ਜ਼ੁਕਾਮ ਬੁਖਾਰ ਹੋਏ ਜਾਂ ਜਿਹੜਾ ਕੋਈ ਫੋਰਨ ਕੰਟਰੀ ਤੋਂ ਵਿਜ਼ਿਟ ਕਰਕੇ ਆਇਆ ਹੈ ਨਾ, ਕੋਈ ਸਸਪੈਕਟਡ ਕੇਸ ਦੇ ਕੰਟੈਕਟ 'ਚ ਆਇਆ ਹੈ, ਉਹ ਜਿਹੜੇ ਹੈਗੇ ਫਟਾਫਟ ਹਸਪੀਟਲ ਆਪਣਾ ਆਉਣ, ਹਸਪੀਟਲ ਆ ਕੇ ਆਪਦਾ ਚੈੱਕਅਪ ਕਰਾਉਣ ਤੇ ਡਾਕਟਰਾਂ ਤੋਂ ਮੁਆਇਨਾ ਕਰਨ ਤੋਂ ਬਾਅਦ ਤੁਹਾਨੂੰ ਸਲਾਹ ਦੇਣਗੇ ਕਿ ਹੋਮ ਆਈਸੋਲੇਟ ਕਰਨ ਦੀ ਲੋੜ ਹੈ ਕਿ ਨਹੀਂ ਹੈਗੀ, ਹੈ ਨਾ। ਉਸ ਤੋਂ ਦੂਜੀ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਆਪਣੀ ਜਿਹੜੀ ਪ੍ਰੀਕਾਸ਼ਨ ਡੋਜ਼ ਜਿਨ੍ਹਾਂ ਨੇ ਨਹੀਂ ਲਵਾਈ ਹੋਈ, ਵੈਕਸੀਨੇਸ਼ਨ ਜਿਹੜੀ ਹੈਗੀ ਹੈ ਉਹ ਕੰਪਲੀਟ ਕਰਨ, ਉਹਦੇ ਨਾਲ ਆਪਾਂ ਨੂੰ ਕਾਫੀ ਫਾਇਦਾ ਹੋ ਸਕਦਾ। ਵੈਕਸੀਨੇਸ਼ਨ ਦੇ ਲੁਧਿਆਣੇ 'ਚ ਰੋਜ਼ ਦੇ ਕਿੰਨੇ ਡੋਜ਼ਸ ਹੁਣ ਤੱਕ ਲੱਗ ਰਹੀਆਂ ਨੇ, ਕਿਉਂਕਿ ਕਾਫੀ ਸਮੇਂ ਦੌਰਾਨ ਵਿੱਚ ਲੋਕਾਂ ਨੇ ਇਹਨੂੰ ਅਣਗੌਲਿਆ ਵੀ ਕਰਤਾ ਸੀਗਾ, ਔਰ ਹੁਣ ਦੁਆਰਾ ਕਿੰਨੀ ਕਿਸੇ ਤੇਜ਼ੀ ਆਈ ਹੈ ਜਾਂ ਆਪਾਂ ਕਿੰਨਾ ਟਾਈਮ? ਤੁਸੀਂ ਦੇਖਿਆ ਹੀ ਹੈ ਕਿ ਆંકੜਿਆਂ ਦੇ ਹਿਸਾਬ ਸਿਰ ਇੰਡੀਆ ਦੀ ਕਾਫੀ ਵੈਕਸੀਨੇਸ਼ਨ ਫਰਸਟ ਤੇ ਸੈਕੰਡ ਡੋਜ਼ ਤਾਂ ਕਾਫੀ ਅੱਛੀ ਰਹੀ ਹੈ, ਲੇਕਿਨ ਬੂਸਟਰ ਡੋਜ਼ ਜਾਂ ਪ੍ਰੀਕਾਸ਼ਨ ਡੋਜ਼ ਜਿਹਨੂੰ ਆਪਾਂ ਕਹਿੰਦੇ ਆ ਉਹ ਕੁਝ ਰਿਲੇਟਿਵਲੀ ਘੱਟ ਹੈ ਨਾ। ਲੇਕਿਨ ਜਦ ਦੇ ਆਪਾਂ ਦੇਖ ਰਹੇ ਹਾਂ ਕਿ ਪ੍ਰਦੇਸ਼ਾਂ 'ਚ ਕੇਸ ਵੱਧ ਰਹੇ ਨੇ, ਉਹ ਵੀ ਪਿਕਅਪ ਕਰ ਗਈ ਹੈ ਤੇ ਉਮੀਦ ਹੈ ਕਿ ਜਿੱਦਾਂ ਲੋਕਾਂ ਨੇ ਹੋਮ ਆ ਕੇ ਵਿੱਚ ਲਿੱਤਾ ਸੀਗਾ, ਰੋਲ ਪਲੇ ਕੀਤਾ ਸੀ, ਐਤਕੀ ਵੀ ਉਹ ਵੈਕਸੀਨੇਸ਼ਨ ਜ਼ਰੂਰ ਲਵਾਉਣਗੇ। ਨਵਾਂ ਵੇਰੀਐਂਟ ਆਇਆ ਹੈਗਾ, ਸੋ ਉਸ ਨੂੰ ਡਿਟੈਕਟ ਕਰਨ ਲਈ ਕਿੱਥੇ ਲੈਬ ਹੈਗੀ ਹੈ, ਸੋ ਕਿੱਦਾਂ ਟੈਸਟ ਕੀਤੇ ਜਾਣਗੇ ਉਹਦੇ ਤੇ? ਜਿਹੜੇ ਗਵਰਨਮੈਂਟ ਦੇ ਗਾਈਡਲਾਈਨਸ ਹੈ, ਲੇਕਿਨ ਜੇ ਕੋਈ ਪੋਜ਼ਿਟਿਵ ਪੇਸ਼ੈਂਟ ਤੁਹਾਡੇ ਕੋਲ ਨਿਕਲ ਆਉਂਦਾ ਹੈ ਤੇ ਉਹਦੀ ਜੀਨੋਮਿਕ ਸੀਕੁਐਂਸਿੰਗ ਕੀਤੀ ਜਾਏਗੀ। ਉਹ ਜਿਹੜੇ ਹੈਗੇ ਜੀਨੋਮਿਕ ਸੀਕੁਐਂਸਿੰਗ ਲਈ ਸਾਡਾ ਜਿਹੜਾ IDSP ਸੈਂਟਰ ਹੈਗਾ ਸਿਵਲ ਸਰਜਨ ਆਫਿਸ ਵਿੱਚ, ਉਹ ਜਿਹੜੇ ਹੈ ਸੈਂਪਲ ਨੂੰ ਭੇਜਦੇ ਨੇ ਤਾਂ ਕਿ ਦੇਖਿਆ ਜਾਵੇ ਕਿ ਇਹ ਵਿਦੇਸ਼ਾਂ ਵਾਲਾ ਹੀ ਸਟ੍ਰੇਨ ਹੈ ਕਿ ਪੁਰਾਣਾ ਵਾਲਾ ਸਟ੍ਰੇਨ ਹੈ, ਤੇ ਉਹੋ ਜਿਹਾ ਨੈਸੈਸਰੀ ਐਕਸ਼ਨ ਲਿੱਤਾ ਜਾਵੇ। ਜਿਵੇਂ ਲੁਧਿਆਣਾ 'ਚ ਬਹੁਤ ਸਾਰੀ ਲੇਬਰ ਰਹਿੰਦੀ ਹੈ, ਪਿਛਲੀ ਵਾਰ ਵੀ ਜਦੋਂ ਕੋਵਿਡ ਆਇਆ ਸੀ ਤਾਂ ਲੇਬਰ ਜਿਹੜੀ ਆ ਬੜੀ ਮੁਸ਼ਕਿਲਾਂ 'ਚ ਰਹੀ ਸੀਗੀ, ਸੋ ਲੇਬਰ ਨੂੰ ਵੈਕਸੀਨ ਕਰਨ ਲਈ ਕਿੱਦਾਂ ਦੇ ਕੈਂਪ ਲਾਏ ਜਾ ਰਹੇ ਨੇ, ਕਿਉਂਕਿ ਬਹੁਤ ਸਾਰੇ ਲੇਬਰ ਜਿਹੜੀ ਆ ਸਲਮ ਏਰੀਆ 'ਚ ਰਹਿੰਦੀ ਆ, ਉਹਦੇ ਲਈ ਕਿੱਦਾਂ ਦੇ ਪ੍ਰਬੰਧ ਹੈ? ਦੇਖੋ ਸਾਡੇ ਹਸਪੀਟਲ 'ਚ ਇਸ ਵੇਲੇ ਕੋਵੈਕਸਿਨ ਦਾ ਤੇ ਕੋਵਿਸ਼ੀਲਡ ਦਾ ਕੈਂਪ ਚੱਲ ਰਿਹਾ ਹੈ ਨਾ, ਜੋ ਸਾਡੀ ਜੂਰਿਸਡਿਕਸ਼ਨ ਜਿਹੜੀ ਸਿਵਲ ਹਸਪੀਟਲ 'ਚ ਇਸ ਵੇਲੇ ਹੈ, ਲੇਕਿਨ ਬਾਹਰਲੇ ਪਾਸੇ ਵੀ ਕੈਂਪ ਲੱਗ ਰਹੇ ਨੇ। ਉਹਨਾਂ ਲਈ ਡਿਸਟ੍ਰਿਕਟ ਇਮਿਊਨਾਈਜੇਸ਼ਨ ਆਫਿਸਰ ਸਾਹਿਬ ਨੇ ਉਹ ਜਿਹੜੇ ਮਤਲਬ ਵੈਕਸੀਨ ਡਿਸਟ੍ਰੀਬਿਊਟ ਕਰਦੇ ਆ, ਉਸ ਹਿਸਾਬ ਸੇ ਜਿੱਥੇ ਜਿਹੜੀ ਰਿਕੁਆਇਰਮੈਂਟ ਹੈ ਕੈਂਪਸ ਪਲਾਨ ਆਊਟ ਕਰ ਲੈਂਦੇ ਤੇ ਮੈਕਸਿਮਮ ਕੋਸ਼ਿਸ਼ ਰਹਿੰਦੀ ਹੈ ਸਰਕਾਰ ਦੀ ਕਿ ਵੈਕਸੀਨੇਸ਼ਨ ਕਰਾਈ ਜਾਵੇ। ਸਰ ਨਵੇਂ ਵੇਰੀਐਂਟ ਦੇ ਕੋਈ ਸਿੰਬਲ ਜਿਹੜੇ ਨੇ ਲੱਗਣੇ ਜਾਂ ਉਹੀ ਸਿੰਪਟਮਸ ਜਿਹੜੇ ਹਲੇ ਤਾਂ ਸੇਮ ਸਿੰਪਟਮਸ ਹੀ ਹੈਗੇ, ਕੋਈ ਇਹੋ ਜਿਹਾ ਸਪੈਸ਼ਲ ਕੋਈ ਕਿਉਂਕਿ ਕੇਸ ਰਿਪੋਰਟ ਹੀ ਨਹੀਂ ਹੋਇਆ ਮੇਰਾ ਖਿਆਲ ਪੰਜਾਬ ਵਾਲੇ ਪਾਸੇ। ਤੇ ਹਾਲ ਦੀ ਘੜੀ ਆਪਾਂ ਸਾਰੇ ਸਤਰਕ ਰਹਿ ਕੇ ਹੀ ਜਿਹੜੀ ਪੁਰਾਣੀ ਚੀਜ਼ਾਂ ਹੈਗੀਆਂ ਤੇ ਕੋਸ਼ਿਸ਼ ਕਰੀਏ ਕਿ ਹੱਥ ਬਾਰ-ਬਾਰ ਧੋਈਏ, ਮਾਸਕ ਲਾਈਏ, ਹੈ ਨਾ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੀਏ, ਇਹੀ ਪ੍ਰਾਇਮਰੀ ਪ੍ਰੀਕਾਸ਼ਨ ਲੈ ਕੇ ਚੱਲੀਏ ਤੇ ਉਹਦੇ ਨਾਲ ਆਪਾਂ ਇਹਦੇ ਤੇ ਜਿੱਤ ਪਾ ਸਕਦੇ। ਯੂਟਿਊਬਰ ਨੂੰ ਕੁੜੀ ਦੀ ਪੇਸ਼ਕਸ਼ ਕਰਨ ਵਾਲਾ ਗ੍ਰਿਫਤਾਰ, ਹੋਟਲ ਮਾਲਕਾਂ ਨੇ ਫੜਿਆ। ਗੁਰੂ ਨਗਰੀ ਅੰਮ੍ਰਿਤਸਰ 'ਚ ਹਰਮਿੰਦਰ ਸਾਹਿਬ ਨੇੜੇ ਲੜਕੀਆਂ ਨਾਲ ਛੇੜਛਾੜ ਕਰਨ ਵਾਲਿਆਂ ਤੇ ਪੁਲਿਸ ਨੇ ਸ਼ਿਕੰਜਾ ਕੱਸ ਦਿੱਤਾ ਹੈ। ਹਰਮਿੰਦਰ ਸਾਹਿਬ ਦੇ ਨੇੜੇ ਇੱਕ ਯੂਟਿਊਬਰ ਨੂੰ ਹੋਟਲ ਦੇ ਕਮਰੇ ਦੇ ਨਾਲ ਇੱਕ ਲੜਕੀ ਦੀ ਪੇਸ਼ ਕਰਨ ਵਾਲੇ ਇੱਕ ਟਾਊਟ ਨੂੰ ਉਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਅੰਮ੍ਰਿਤਸਰ ਦੇ ਕੁਝ ਹੋਟਲ ਮਾਲਕਾਂ ਨੇ ਲੜਕੀ ਨੂੰ ਕਮਰੇ ਸਮੇਤ ਪੇਸ਼ਕਸ਼ ਕਰਨ ਵਾਲੇ ਟਾਊਟ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ, ਜਿਸ 'ਚ ਉਹ ਮਾਫੀ ਮੰਗਦਾ ਨਜ਼ਰ ਆ ਰਿਹਾ ਹੈ। ਹੋਟਲ ਮਾਲਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਸਾਰੇ ਹੋਟਲਾਂ ਤੇ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਗਲਤੀ ਹੋ ਗਈ ਨਸ਼ੇ ਵਿੱਚ, ਇੰਨੀ ਗੱਲ ਮੈਂ ਕਹਿਣੀ ਨਹੀਂ ਭਾਈ, ਨਸ਼ੇ ਜੋ ਗਲਤੀ ਹੋਈ ਮੈਨੂੰ ਗਲਤੀ ਮਾਫ ਕਰ ਦਿਓ ਭਾਈ। ਹਾਂਜੀ ਅੱਗੋਂ ਗਾਂ ਨਹੀਂ ਇਦਾਂ ਦਾ ਕੰਮ ਹੋਊਗਾ ਭਾਈ, ਹੋਰ ਮਿਹਰਬਾਨੀ। ਮਾੜਾ ਬੰਦਾ ਮੈਂ, ਮੇਰੀ ਰੋਟੀ ਕਮਾਈ ਦੇ ਉੱਥੇ ਮੂੰਹ ਨਿਕਲ ਗਈ ਗੱਲ ਨਹੀਂ ਭਾਈ, ਨਹੀਂ ਮੈਨੂੰ ਪਤਾ ਨਹੀਂ ਭਾਈ ਇਹ ਗੱਲ ਜ਼ਿਆਦਾ ਵੱਧ ਜਾਣੀ ਆ, ਇਸ ਲਈ। ਨਾਂ ਕੀ ਤੇਰਾ? ਮੇਰਾ ਅਮਰ। ਅਮਰ। ਹਾਂਜੀ। ਤੇ ਤੂੰ ਇਹ ਗੱਲ ਕਿਹੜੇ ਹੋਟਲ ਵਾਸਤੇ ਕੀਤੀ ਸੀਗੀ? ਹਾਂਜੀ ਭਾਈ। ਇਹ ਕਿਹੜੇ ਹੋਟਲ ਵਾਸਤੇ ਕੀਤੀ ਸੀ? ਗ੍ਰੀਨ ਹਾਟ ਹੋਟਲ ਲਗਾ ਉੱਥੇ ਭਾਈ। ਕਿੱਥੇ? ਕਿਹੜੀ ਜਗ੍ਹਾ? ਚੀਲ ਮੰਡੀ 'ਚ ਭਾਈ। ਚੀਲ ਮੰਡੀ ਗ੍ਰੀਨ ਹੋਟਲ, ਉਹ ਮਤਲਬ ਇਹ ਕੰਮ ਕਰਦਾ ਨਾ? ਹਾਂਜੀ ਹਾਂਜੀ ਭਾਈ। ਚਲੋ ਠੀਕ ਹੈ। ਬਾਕੀ ਹੋਟਲਾਂ ਦੀ ਕਿਉਂ ਬਦਨਾਮੀ ਕਰੂੰਗਾ? ਤੂੰ ਤੇਰੇ ਕਰਕੇ ਸਾਰੇ ਹੋਟਲ ਬਦਨਾਮ ਹੋਏ, ਸਾਰੇ ਹੋਟਲਾਂ ਦੇ ਅੱਗੇ ਆ ਗਏ, ਉਹਨਾਂ ਨੇ ਮੀਡੀਆ ਸੱਦ ਕੇ, ਨਿਹੰਗ ਸਿੰਘ ਆਏ, ਠੀਕ ਹੈ, ਪੁਲਿਸ ਆਈ, ਔਰ ਇੰਨਾ ਮਾੜਾ ਚੰਗਾ ਸਾਨੂੰ ਬੋਲ ਕੇ ਗਏ। ਉਹਦਾ ਕਸੂਰਵਾਰ ਕੌਣ ਹੈਗਾ? ਤੂੰ ਹੈਗਾ ਗ੍ਰੀਨ ਹੋਟਲ ਵਾਲਾ ਹੈਗਾ? ਬੋਲੋ।
ਹਾਂਜੀ ਮੈਂ ਭਾਈ ਤੁਹਾਨੂੰ ਗਲਤੀ ਮਾਫੀ ਦੇ ਦਿਓ ਮੈਨੂੰ ਬਸ ਭਾਈ ਗਾਂ ਇਦਾਂ ਦੀ ਗਲਤੀ ਨਹੀਂ ਹੁੰਦੀ। ਜਿਹੜੇ ਹੋਟਲ ਦੇ ਵਪਾਰ ਕੰਮ ਕਰਨ ਦੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਬੰਦੀ ਉਸ ਗੱਲ ਵਾਲਾ ਦੀ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਦੇ ਵਪਾਰ ਨੂੰ ਲੁਧਿਆਣਾ 'ਚ ਨੌਜਵਾਨ ਨੇ ਗੁਆਂਢੀਆਂ ਤੇ ਚਲਾਈ ਗੋਲੀ, ਘਰ ਦੇ ਬਾਹਰ ਪਈ ਬਜਰੀ ਨਾਲ ਸੀਵਰੇਜ ਬਲਾਕ, ਗਾਲਾਂ ਕੱਢਦੇ ਹੋਏ ਕੀਤਾ ਗਿਆ ਹਮਲਾ। ਪੰਜਾਬ ਦੇ ਲੁਧਿਆਣਾ 'ਚ ਨੌਜਵਾਨਾਂ ਨੇ ਆਪਣੇ ਹੀ ਗੁਆਂਢੀਆਂ ਤੇ ਗੋਲੀਆਂ ਚਲਾ ਦਿੱਤੀਆਂ। ਨੌਜਵਾਨਾਂ ਨੇ ਕਰੀਬ 3 ਫਾਇਰ ਕੀਤੇ। ਝਗੜਾ ਘਰ ਦੇ ਬਾਹਰ ਪਈ ਬਜਰੀ ਨੂੰ ਲੈ ਕੇ ਸ਼ੁਰੂ ਹੋਇਆ। ਬਜਰੀ ਕਾਰਨ ਸੀਵਰੇਜ ਜਾਮ ਹੋ ਗਿਆ, ਜਿਸ ਤੋਂ ਬਾਅਦ ਨੌਜਵਾਨਾਂ ਨੇ ਗਾਲਾਂ ਕੱਢਦੇ ਹੋਏ ਗੁਆਂਢੀਆਂ ਤੇ ਹਮਲਾ ਕਰ ਦਿੱਤਾ। ਗੁਆਂਢੀਆਂ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਟਿੱਬਾ ਥਾਣਾ ਖੇਤਰ ਦੇ ਆਦਰਸ਼ ਕਾਲੋਨੀ ਦੀ ਹੈ। हमले 4 ਤੋਂ 5 ਲੋਕਾਂ ਦੇ ਸੱਟਾਂ ਵੀ ਲੱਗੀਆਂ ਹਨ, जिन्हां ਨੂੰ ਹਸਪਤਾਲ 'ਚ ਭਰਤੀ करवाया गया है। मेरा नाम मोहम्मद शाहनवाज है। मैं यहाँ मेरे को पता लगा यहाँ लड़ाई हो रही है। मैं आके देखा, एक सरदार जी थे, वो लड़का जब घर से निकला वो उसे रोक रहे थे। वो रोकते उन्हें धक्का दे के सीधा बाबूराम वाले चौक पर जाकर उन्हें एक फायरिंग मारी पहले। फिर वो मोड़ के परले गली में गया, वहाँ जाकर उन्हें 2 फायरिंग मारी। उधर से ही पथराव चल रहा था, इधर से ये गोली की फायरिंग मार रहे थे। लड़ाई का क्या कारण था? लड़ाई के कारण सिर्फ गटर का जो लीक हो रहा है उसका कारण था। उन्होंने के घर के सामने गटर वो लीक हो रहा था, उसका कारण था। उन्होंने बच्चे घर के आमने सामने तो हाँ आमने सामने रहते हैं। उनकी फैक्ट्री है, उनकी फैक्ट्री है, बेचारे सिलाई करते हैं। जिसको उन्होंने मारा वो लड़का चाय लेकर आया था, उसकी तो कोई गलती नहीं थी। हाँ मोहल्ले वाले से आप पूछ सकते हैं, मोहल्ले वाले सारे परेशान थे, इतनी गोली की फायरिंग कर रखी थी उन्होंने। तो उसमें जख्मी हुए कुछ? नहीं, दूसरी पार्टी के तो हमें पता नहीं, लेकिन ये जो लड़के फैक्ट्री वाले इसमें लड़के जख्मी हुए, 3-4 लड़के जख्मी हुए। एक लड़का ज़्यादा सीरियस है। जो फायर करने वाले थे, हाँ, कितने लोग आए थे ये? वो 2 जनों के हाथ में तो असले थे, ठीक है। बाकी 9-10 जने थे वो, जिनमें 4 बंदों को तो मैं जानता हूँ। एक लाली है, एक रजत है, ये दोनों सगे भाई हैं, और एक डड्डू है और एक गग्गू है। क्या काम करते हैं ये चिट्टा बेचते हैं। तो पुलिस ने इनको पहले पकड़ा नहीं है कभी? पुलिस ने पहले क्या, पहले इन्हें पकड़ती है, पैसे लेके छोड़ देती है। इनको पहले कभी पकड़ा ही नहीं है पुलिस ने। तो आज ये काबू में आ गए या भाग गए? आज ये फरार हो गए। उनकी माँ अंदर है। जो वो माँ कह रही थी ना कि आप कहाँ भाग रहे हो, असले के सामने रुको, तो वो अंदर है। तो ये कहाँ के रहने वाले हैं ये तो पता नहीं पीछे कहाँ के रहने, लेकिन हमें तो बहुत टाइम हो गया यहीं पे रहते हैं, यहीं पे देखते हैं। 15-20 साल से ये रहते थे। टिब्बा रोड में रहते हैं? हाँ टिब्बा रोड पे। आदर फायर किया, उसका क्या नाम है? वो पता नहीं, रजत नाम है उसका। वो दोनों भाई हैं, छोटे वाले ने फायर करी है और डड्डू ने फायर करी मौके है। पर पुलिस आई थी? मौके पुलिस है, वो पुलिस आई और वो भागे। भाग गए उसके बाद? हाँ पुलिस आई, वो भाग गए। तो कुछ पकड़े भी हम लोगों ने? उन्होंने पुलिस वाले 2 बंदे तो लेके गए थे, लेकिन वो बेचारा अंदर थे, यही नहीं पता वो थे लड़ाई में नहीं थे, लेकिन जो मेरे सामने लड़ाई में थे वो नहीं थे उसके साथ। तो अभी पुलिस ने कोई अरेस्ट डाली है? हाँ उनकी माँ को अरेस्ट पर रखी है, उनकी माँ है। तो क्या कहना चाहते हैं, जैसे ये वारदात हो रही बस ये मोहल्ले में हमारे ऐसा लड़ाई झगड़ा ना हो। आज जैसे वो फायरिंग मार रहे थे भाई, जिनकी लड़ाई थी उनके साथ होती, चलो मोहल्ले में अगर किसी और के लग जाती तो यहाँ तो लेने का देना पड़ जाता। मोहल्ले वाले सुना इसमें कोई गलती है? तुम फाइन चला रहे हो, बच्चे घूम रहे गली में, औरतें घर के बाहर बैठी हैं। हमें जब पता लगा, जब मैं तो यहीं खड़ा था चौक पे, मैंने उन्हें रोका भी, मगर भाई फायर फूर ना करो, कहना आज नदी पे आंधी लंग दे देनी है। तो अभी इसकी सीसीटीवी आई है कुछ वीडियो? हाँ थोड़ी सीसीटीवी कैमरे में है, भागते हुए की रिकॉर्डिंग है। वीडियो आई है इनकी? हाँ वीडियो आई है भागते हुए की। मैं बात भी कर रहा हूँ उनसे वीडियो में। तो अभी जो पुलिस ने मामला दर्ज किया कि नहीं? हाँ पुलिस ने मामला दर्ज कर लिया, FIR भी दर्ज कर दी है। कितने बंदों के ऊपर? ये नहीं पता मेरे को, लेकिन FIR दर्ज हो गई है। 5 बंदे पर तो हो चुकी है, अन्य भी दिए हुए 7-8 पे। जो बाई नेम हुई है 3-4 बंदों पर हुई है, बाकी अन्य वसाती में है। क्या नाम है आपका? मोहम्मद उस्मान। कौन सा इलाका है अभी? वो आदर्श नगर, मोहल्ला आदर्श नगर है। तो गोली चलने का मामला था क्या? गोली चलने का ये मामला है कि जी जब हम वहाँ पहुँचे तो लड़का को बहुत पिटाई हो गया था। हमने उसको उठा के बैठाया, और उठा के बैठाने के बाद हमने एक लड़के के हाथ में पिस्तौल देखा, तो हमने एक नईम लड़का के नाम के वो ने आया। हम कहा तू यहाँ बैठो, हम जरा पुलिस को लेके आ रहा हूँ। सर ना, हमने वहाँ से निकल गए, हमने थाने चले गए। थाना जब गए तो थानेदार ने कहा कि मैंने फोर्स भेज दिया हूँ, आप वहाँ चले जाइए। हम वहाँ से फिर वापस आ गए। यहाँ से आए, जब तक लड़का को वो हालत ठीक नहीं था, हॉस्पिटल चला गया लेके। तो वहाँ पर ACP भी आ गए और इधर से थानेदार भी आ गए, सर ना। अब ऐसा हुआ कि ACP सब बयान लेके यहाँ से थाने हमको बुला लिया। कारण क्या था? कारण ये था कि उसका बजरी जो ने मारा है, उसका बजरी इसके गेट पर रखा हुआ था। बजरी जानते हैं ना, बजरी उसके गेट पर रखा हुआ था। वो 8-9 दिन हो गया। वो कह रहा था कि भाई जी हटा दो, मेरे लैट्रिन का ही गटर टूट गया है, हम इसको ठीक कराएंगे। इसी पर दोनों को धुतू में हुआ और ये ऊपर चढ़ के मारा है। ये आमने सामने घर वाले दोनों? हाँ आमने सामने वाले। अपने के रेंट पे? नहीं रेंट पे रेंट था जी। तो कोई लड़के कितने आए थे जिन्होंने हमला किया? 7-8 लड़के थे।
जिन्होंने हमला किया? हाँ, जिन्होंने हमला किया 7 हमले। तो पत्थर वगैरह भी चल रहे थे? हाँ, ईटा भी चली है, पत्थर भी चली है, यहाँ तक चली है पत्थर। पंजाबी थे या प्रवासी थे? ये पंजाबी है भी है, प्रवासी भी है, दोनों है, सदन है ये उसी गली का। तो इसमें कुछ जख्मी भी हुए? उसमें कोई जख्मी नहीं है जी, कोई बंदा ही नहीं था इसका। नहीं, जो इधर जिनको इधर जिसको मारा उसका कोई बंदा नहीं था। फायर हुआ है जो उसको तो गोली लगी है? नहीं, गोली नहीं लगी, फायर करता हुआ भाग गया। भाग गया? हाँ, फायर करता हुआ तीन राउंड गोली चली है, 3 राउंड। आपने पिस्टल देखी है उनके हाथ में? हाँ, हमने देखी है पिस्टल, जब हम गए थे पुलिस के पास। किसी को लगी नहीं है? न लगी नहीं है, मगर भागते हुए लगाते हुए वो हवाई फायरिंग करते हुए लोग को डराता हुआ निकल गया। तो पुलिस ने ऊपर कार्रवाई की जाते? हाँ, पर्चा हो गया जी। मौके पे कौन अधिकारी आए थे यहाँ पे? एसीपी आए थे? एसीपी आए थे। ਪੰਜਾਬ ਦਾ ਪ੍ਰਾਈਮ ਟਾਈਮ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।